ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਐਮਪੀ ਹੈਗੇ ਆ ਤੇ ਹੁਣ ਕੀ ਸੈਂਟਰ ਦੇ ਅੱਗੇ ਇਹ ਮੰਗ ਰੱਖਣਗੇ ਜੇ ਐਮਪੀ ਛਡਾ ਸਕਦਾ ਤੇ ਹੁਣੇ ਛਡਾ ਸਕਦੇ ਬੰਦੀ ਸਿੰਘ। ਅੱਗੇ ਵੀ ਤੁਸੀਂ ਕਿਤੇ ਉਹਦੀ ਕਲਿੱਪ ਦੇਖੋ, ਇੱਕ ਬੀਬਾ ਜੀ ਦੀ ਕਲਿੱਪ ਹੈ, ਉਹ ਬੜੀ ਡਟ ਕੇ ਉੱਥੇ ਬੋਲਿਆ ਸੀਗਾ ਕਿ ਬੰਦੀ ਸਿੱਖਾਂ ਨੂੰ 30 ਸਾਲ ਹੋ ਗਏ, 28 ਸਾਲ ਹੋ ਗਏ, ਉਹਨੂੰ ਰਿਹਾ ਕੀਤਾ ਜਾਵੇ। ਉਹਨਾਂ ਦਾ ਕਸੂਰ ਕੀ ਹੈ? ਉਹ ਜੇਲ੍ਹਾਂ ਪੂਰੀਆਂ ਕਰ ਚੁੱਕੇ ਆ। ਕਾਫੀ ਕੁਝ ਕਲੀਅਰ ਹੋ ਰਹੀ ਹੈ ਜੀ ਅੱਜ ਤਸਵੀਰ ਜਿਹੜੀ ਹੈ, ਲੋਕਾਂ ਇਹੀ ਕਹਿ ਰਹੇ ਆ ਜਾਂ ਵਿਰੋਧੀ ਵੀ ਕਹਿ ਰਹੇ ਵੀ ਇੱਕ ਹੋ ਰਹੇ ਆ। ਦੇਖੋ ਆਉਣ ਵਾਲੇ ਸਮੇਂ ਦੇ ਭਵਿੱਖ ਦੀਆਂ ਜਿਹੜੀਆਂ ਗੱਲਾਂ ਨੇ ਉਹ ਤੁਸੀਂ ਭਵਿੱਖ 'ਚ ਰਹਿਣ ਦਿਓ ਨਾ, ਕਦੀ ਫਿਰ ਵੀ ਗੱਲ ਕਰ ਲਾਂ। ਸੰਗਰੂਰ 'ਚ 5ਵੇਂ ਨੰਬਰ ਤੇ ਕੈਂਡੀਡੇਟ ਰਿਹਾ ਜੀ, ਕਿ ਲੋਕ ਚਾਹੁੰਦੇ ਨਹੀਂ ਵੀ ਬੰਦੀ ਸਿੰਘਾਂ ਦੀ ਰਿਹਾਈ ਹੋਵੇ। ਗੱਲ ਇਸ ਤਰ੍ਹਾਂ ਕਿ ਕਮ ਸੋ ਕਮ ਉੱਥੇ ਬੋਲੇ ਸੋਨੇ ਵਾਲੇ ਜਗਾਰੇ ਦੇ ਛੁੱਟੇ ਨਾ, ਉੱਥੇ ਦੂਜੇ ਦਿਨ ਨਾ ਭਗਵੰਤ ਮਾਨ ਦਾ ਝਾੜੂ ਤੇ ਨਾ ਲਹਿਰਾਇਆ, ਉੱਥੇ ਜਗਾਰੇ ਤੇ ਖਾਲਸੇ ਦੇ ਚੱਲੇ ਨਾ। ਇਹਦਾ ਮਤਲਬ ਲੋਕ ਚਾਹੁੰਦੇ ਆ ਵੀ ਸ਼੍ਰੋਮਣੀ ਅਕਾਲੀ ਦਲ ਹੋਵੇ, ਭਾਵੇਂ ਉਹਨਾਂ ਨੇ ਮਾਨ ਸਾਹਿਬ ਨੂੰ ਵੋਟ ਪਾਈ ਤਾਂ ਵੀ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਾਈ ਹੈ। ਲੱਗਦਾ ਕਿ ਜਿਹੜਾ ਭਾਈਵਾਲ ਦਾ ਨੌ ਮਾਸਾਂ ਦਾ ਰਿਸ਼ਤਾ ਸੀ ਦੁਬਾਰਾ ਇੱਕ ਹੋਣ ਜਾ ਰਿਹਾ ਜੀ। ਨਹੀਂ, ਅੱਜ ਜਿਹੜਾ ਅਸੀਂ ਸਪੋਰਟ ਕਰਨ ਦੀ ਗੱਲ ਕਰ ਰਹੇ ਹਾਂ, ਕੇਵਲ ਤੇ ਕੇਵਲ ਜਿਹੜਾ ਉਮੀਦਵਾਰ ਆ ਮੈਡਮ ਦ੍ਰੋਪਦੀ ਮੁਰਮੂ, ਉਹ ਵੀਕਰ ਸੈਕਸ਼ਨ ਚੋਂ ਆ, ਟਰਾਈਬਲ ਚੋਂ ਆ। ਅੱਜ ਜਿਹੜਾ ਅਕਾਲੀ ਦਲ ਦੇ ਵੱਲੋਂ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ, ਲੱਗਦਾ ਕਿ ਜਿਹੜਾ ਭਾਈਵਾਲ ਦਾ ਨੌ ਮਾਸਾਂ ਦਾ ਰਿਸ਼ਤਾ ਸੀ ਦੁਬਾਰਾ ਇੱਕ ਹੋਣ ਜਾ ਰਿਹਾ ਜੀ। ਨਹੀਂ, ਅੱਜ ਜਿਹੜਾ ਅਸੀਂ ਸਪੋਰਟ ਕਰਨ ਦੀ ਗੱਲ ਕਰ ਰਹੇ ਹਾਂ, ਕੇਵਲ ਤੇ ਕੇਵਲ ਜਿਹੜਾ ਉਮੀਦਵਾਰ ਆ ਮੈਡਮ ਦ੍ਰੋਪਦੀ ਮੁਰਮੂ, ਉਹ ਵੀਕਰ ਸੈਕਸ਼ਨ ਚੋਂ ਆ, ਟਰਾਈਬਲ ਚੋਂ ਆ, ਤੇ ਇਸ ਕਰਕੇ ਕਰ ਰਹੇ ਹਾਂ ਵੀਕਰ ਸੈਕਸ਼ਨ ਮਿਨੋਰਟੀ ਟਰਾਈਬਲ ਚੋਂ ਜੀ। ਸੋ ਖਾਸ ਤੌਰ ਤੇ ਚੰਦੂ ਮਾਜਰਾ ਦਾ ਕਹਿਣਾ ਸੀਗਾ ਜੀ ਕਿ ਜਿਹੜਾ ਅਸੀਂ ਉਹਨਾਂ ਨੂੰ ਸਮਰਥਨ ਦੇ ਰਹੇ ਆ, ਸਿਰਫ ਉਹ ਸ਼ਡਿਊਲ ਕਾਸਟ ਹੈਗੇ ਆ, ਇਸ ਕਰਕੇ ਜਿਹੜੇ ਹੈਗੇ ਆ ਉਹ ਦੇ ਰਹੇ ਆ। ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਇਹ ਰਾਸ਼ਟਰਪਤੀ ਦੇ ਜੋ ਕੈਂਡੀਡੇਟ ਆ ਦ੍ਰੋਪਦੀ ਮੁਰਮੂ, ਉਹਨਾਂ ਨੂੰ ਮਿਲਣ ਦੇ ਲਈ ਜਾ ਰਹੇ ਆ। ਵੈਸੇ ਹੁਣ ਬਹੁਜਨ ਸਮਾਜ ਪਾਰਟੀ ਵੀ ਇਸ ਗੱਲ ਦਾ ਬਿਲਕੁਲ ਉਮੀਦ ਹੈਗੀ ਵੀ ਕੀ ਜਵਾਬ ਆਉਂਦਾ ਹੈ। ਅੱਜ ਜਿਹੜਾ ਅਕਾਲੀ ਦਲ ਵੱਲੋਂ ਸਮਰਥਨ ਦਿੱਤਾ ਗਿਆ, ਬਹੁਜਨ ਸਮਾਜ ਪਾਰਟੀ ਦਾ ਵੀ ਇਹਦੇ ਵਿੱਚ ਰਾਏ ਲਈ ਗਈ ਹੈ ਜਾਂ ਕੀ ਹੈ ਜੀ? ਮੇਰੇ ਖਿਆਲ ਉਹਨਾਂ ਨੇ ਪਹਿਲਾਂ ਹੀ ਦੇ ਦਿੱਤਾ ਜੀ, ਮਾਇਆਵਤੀ ਜੀ ਨੇ ਪਹਿਲਾਂ ਦੇ ਦਿੱਤਾ ਹੋਇਆ ਜੀ। ਉਹਨਾਂ ਨੇ ਵੀ ਇਸੇ ਕਰਕੇ ਸ਼ਾਇਦ ਦਿੱਤਾ, ਇੱਕ ਤੇ ਲੇਡੀ ਹੋਣ ਦੇ ਨਾਤੇ ਵੀ, ਇੱਕ ਸ਼ਡਿਊਲ ਟਰਾਈਬ ਹੋਣ ਕਰਕੇ ਵੀ ਦੱਬੇ ਕੁਚਲੇ ਲੋਕਾਂ ਨੂੰ ਡਾਕਟਰ ਅੰਬੇਦਕਰ ਜੀ ਨੇ ਕਨਸਟੀਟਿਊਸ਼ਨ ਦੇ ਵਿੱਚ ਹੀ ਰਾਈਟਸ ਦਿੱਤੇ ਨੇ ਕਿ ਇਹਨਾਂ ਨੂੰ ਉੱਚਾ ਚੁੱਕਿਆ ਜਾਵੇ। ਮੈਮ, ਜਿਸ ਤਰ੍ਹਾਂ ਸਮਰਥਨ ਦਿੱਤਾ ਜਾ ਰਿਹਾ ਕਿ ਦੁਬਾਰਾ ਬੀਜੇਪੀ ਨਾਲ ਗਠਬੰਧਨ ਹੋ ਸਕਦਾ ਅਕਾਲੀ ਦਲ ਦਾ? ਨਹੀਂ, ਦੇਖੋ ਜਦੋਂ ਆਉਣ ਵਾਲਾ ਸਮਾਂ ਹੋਏਗਾ ਤੁਹਾਨੂੰ ਦੇਖੋ ਆਉਣ ਵਾਲੇ ਸਮੇਂ ਦੇ ਭਵਿੱਖ ਦੀਆਂ ਜਿਹੜੀਆਂ ਗੱਲਾਂ ਨੇ ਉਹ ਤੁਸੀਂ ਭਵਿੱਖ 'ਚ ਰਹਿਣ ਦਿਓ ਨਾ, ਕਦੀ ਫਿਰ ਵੀ ਗੱਲ ਕਰ ਲਾਂਗੇ। ਕਾਫੀ ਕੁਝ ਕਲੀਅਰ ਹੋ ਰਹੀ ਹੈ ਜੀ ਅੱਜ ਤਸਵੀਰ ਜਿਹੜੀ ਹੈ, ਲੋਕਾਂ ਇਹੀ ਕਹਿ ਰਹੇ ਆ ਜਾਂ ਵਿਰੋਧੀ ਵੀ ਕਹਿ ਰਹੇ ਵੀ ਇੱਕ ਹੋ ਰਹੇ ਆ। ਬਸ ਸਾਡੀਆਂ ਦੇਖੋ ਜੇ ਮੰਗਾਂ ਹੋਣਗੀਆਂ ਪੰਜਾਬ ਪ੍ਰਤੀ, ਪੰਜਾਬ ਦੇ ਲੋਕਾਂ ਪ੍ਰਤੀ, ਸਾਡੇ ਜਿਹੜੇ ਰਾਈਟਸ ਨੇ, ਜੇ ਉਹ ਰੁਲਦੇ ਰਹਿਣਗੇ ਤੇ ਅਸੀਂ ਨਹੀਂ ਬਰਦਾਸ਼ਤ ਕਰਾਂਗੇ। ਲੇਕਿਨ ਉਹ ਆਪਣੇ ਜਿਹੜੇ ਅਧਿਕਾਰ ਹੈ, ਜਿਹੜੇ ਸਾਡੇ ਹੱਕ ਹੈ, ਉਹਨਾਂ ਵਾਸਤੇ ਸਾਡੀ ਲੜਾਈ ਜਾਰੀ ਰਹੇਗੀ। ਸਰਕਾਰਾਂ ਕਦੋਂ ਬਣਨੀਆਂ, ਕਿੱਦਾਂ ਬਣਨੀਆਂ, ਉਹ ਬਾਅਦ ਦੀ ਗੱਲ ਜੀ। ਬਹੁਤ ਇੱਕ ਜੀ ਸੰਗਰੂਰ ਦੇ ਵਿੱਚ 5ਵੇਂ ਨੰਬਰ ਤੇ ਕੈਂਡੀਡੇਟ ਰਿਹਾ ਜੀ, ਸੰਗਰੂਰ 'ਚ 5ਵੇਂ ਨੰਬਰ ਤੇ ਕੈਂਡੀਡੇਟ ਰਿਹਾ ਜੀ, ਕਿ ਲੋਕ ਚਾਹੁੰਦੇ ਨਹੀਂ ਵੀ ਬੰਦੀ ਸਿੰਘਾਂ ਦੀ ਰਿਹਾਈ ਹੋਵੇ। ਗੱਲ ਇਸ ਤਰ੍ਹਾਂ ਕਿ ਮੈਂ ਦੇਖਿਆ ਉੱਥੇ ਸੀ ਕਿ ਭਗਵੰਤ ਮਾਨ ਨੂੰ ਲੋਕਾਂ ਨੇ ਬੜੇ ਜੋਸ਼ ਨਾਲ ਜਿਤਾਇਆ ਸੀ ਜੀ, ਤੇ ਭਗਵੰਤ ਮਾਨ ਨੇ 3 ਮਹੀਨਿਆਂ ਦੇ ਵਿੱਚ ਹੀ ਉਹਨਾਂ ਦੇ ਸਾਰੇ ਸੁਪਨੇ ਜਿਹੜੇ ਸੀ ਚਕਨਾਚੂਰ ਕਰ ਦਿੱਤੇ। ਲੋਕਾਂ ਦਾ ਉਹ ਤੋਂ ਵਿਸ਼ਵਾਸ ਟੁੱਟ ਗਿਆ। ਸਾਡੀਆਂ ਪਾਰਟੀਆਂ ਜਿਹੜੀਆਂ 3 ਸੀ ਪਹਿਲਾਂ, ਉਹ ਹਰਾ ਚੁੱਕੇ ਸੀ ਅੱਜ ਤੋਂ 3 ਮਹੀਨੇ ਪਹਿਲਾਂ। ਉਧਰੋਂ ਡਾਇਵਰਟ ਹੋਣ ਵਾਸਤੇ ਉਹਨਾਂ ਨੇ ਇਹ ਸੋਚਿਆ ਕਿ ਸਾਨੂੰ ਉਹਨਾਂ ਕੋਲ ਆਲਟਰਨੇਟਿਵ ਹੈਗਾ ਸੀਗਾ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਦਾ। ਇੱਕ ਨਾਲੇ ਨੌਜਵਾਨ ਸਾਡੇ ਹੁਣੇ ਮੂਸੇਵਾਲ ਜੀ ਦਾ ਕਤਲ ਹੋਇਆ ਸੀ, ਦੀਪ ਸਿੱਧੂ ਜੀ ਦਾ ਜਿਹੜੀ ਡੈਥ ਹੋਈ ਸੀ, ਸੰਦੀਪ ਨੰਗਲੀ ਦਾ ਹੋ ਗਿਆ ਸੀ, ਉਹ ਸਾਰਾ ਲਾਅ ਐਂਡ ਆਰਡਰ ਜਿਹੜਾ ਸੀ ਨਾ ਜੀ, ਉਹ ਨੌਜਵਾਨਾਂ ਦੇ ਵਿੱਚ ਕਰੇਜ਼ ਹੀ ਨਹੀਂ ਸੀ ਕਿ ਐਤਕੀ ਅਸੀਂ ਇਹਨਾਂ ਨੂੰ ਸਬਕ ਸਿਖਾਉਣਾ ਹੈ ਸਰਕਾਰ ਨੂੰ ਵੀ। ਸੋ ਇਸ ਕਰਕੇ ਸਾਰੇ ਦੇ ਸਾਰੇ ਨੌਜਵਾਨ ਜਿਹੜੇ ਸੀ, ਦੀਪ ਸਿੱਧੂ ਜੀ ਵੀ ਕਰਕੇ ਵੀ, ਮੂਸੇਵਾਲ ਜੀ ਕਰਕੇ ਵੀ, ਫਿਰ ਮਾਨ ਸਾਹਿਬ ਨੇ, ਕਿਉਂਕਿ ਮੁੱਦਾ ਹੀ ਉਹਨਾਂ ਦਾ ਸ਼ੁਰੂ ਤੋਂ ਲੈ ਕੇ ਚੱਲਦਾ ਹੈ, ਕੁਝ ਪਹਿਲਾਂ ਇੱਥੇ ਚੋਣ ਲੜ ਚੁੱਕੇ ਸੀਗੇ ਤੇ ਲੋਕਾਂ ਨੂੰ ਵੀ ਸੀਗਾ ਕਿ ਬੜੇ ਲੰਬੇ ਸਮੇਂ ਤੋਂ ਲੱਗੇ ਤੇ ਬਹੁਤ ਚੰਗੀ ਗੱਲ ਹੈ ਜੀ। ਕਮ ਸੋ ਕਮ ਉੱਥੇ ਬੋਲੇ ਸੋਨੇ ਵਾਲੇ ਜਗਾਰੇ ਦੇ ਛੁੱਟੇ ਨਾ, ਉੱਥੇ ਦੂਜੇ ਦਿਨ ਨਾ ਭਗਵੰਤ ਮਾਨ ਦਾ ਝਾੜੂ ਤੇ ਨਾ ਲਹਿਰਾਇਆ, ਉੱਥੇ ਜਗਾਰੇ ਤੇ ਖਾਲਸੇ ਦੇ ਚੱਲੇ ਨਾ ਜੀ। ਵੈਸੇ ਉਹਨਾਂ ਦਾ ਲੱਖੇ ਸਧਾਣੇ ਦਾ ਵੀ ਜਿਹੜਾ ਬਿਆਨ ਆਇਆ ਕਿ ਲੋਕਾਂ ਨੂੰ ਪਤਾ ਇਹ ਲੱਗ ਗਿਆ, ਸੁਖਪਾਲ ਸਿੰਘ ਖਹਿਰਾ ਨੇ ਖਾਸ ਤੌਰ ਤੇ ਕਿਹਾ ਕਿ ਲੋਕਾਂ ਨੂੰ ਬੌਕਰ ਦੇ ਵਿੱਚ ਤੇ ਕੇਸਰੀ ਸਾਹਿਬ ਦੇ ਵਿੱਚ ਪਤਾ ਲੱਗ ਗਿਆ। ਉਹ ਤੇ ਫਿਰ ਪਤਾ ਹੀ ਹੈ, ਲੋਕਾਂ ਨੂੰ ਲੱਗ ਗਿਆ ਪਤਾ ਕਿ ਪੰਥ ਹੀ ਚਾਹੀਦਾ ਹੈ। ਇਹਦਾ ਮਤਲਬ ਲੋਕ ਚਾਹੁੰਦੇ ਆ ਵੀ ਸ਼੍ਰੋਮਣੀ ਅਕਾਲੀ ਦਲ ਹੋਵੇ, ਭਾਵੇਂ ਉਹਨਾਂ ਨੇ ਮਾਨ ਸਾਹਿਬ ਨੂੰ ਵੋਟ ਪਾਈ ਤਾਂ ਵੀ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਾਈ ਹੈ, ਭਾਵੇਂ ਅੰਮ੍ਰਿਤਸਰ ਦਲ ਸੀ ਤੇ ਭਾਵੇਂ ਕੋਈ ਸੀ। 2 ਕੈਂਡੀਡੇਟ ਸੀ ਸਾਡੇ ਸਾਹਮਣੇ ਤੇ ਦੋਵਾਂ ਵਿੱਚੋਂ ਇੱਕ ਨੂੰ ਚੁਣਨਾ ਹੁੰਦਾ ਔਰ ਉਹਨਾਂ ਦੇ ਮੈਰਿਟਸ ਡੀਮੈਰਿਟਸ ਦੇਖਣੇ ਹੁੰਦੇ। ਸੋ ਅਸੀਂ ਕਿਉਂਕਿ ਜਿਹੜੇ ਅਸੀਂ ਸਾਰੀ ਇਕੱਲੇ ਦੇ ਵਿਚਾਰਾਂ ਦੇ ਵਿੱਚੋਂ ਇਹੀ ਨਿਕਲਿਆ, ਇੱਕ ਤੇ ਡਾਕਟਰ ਅੰਬੇਦਕਰ ਜੀ ਦਾ ਜਿਹੜਾ ਸੁਪਨਾ ਸੀਗਾ ਕਿ ਦੱਬੇ ਕੁਚਲੇ ਲੋਕਾਂ ਦੇ ਵਿੱਚੋਂ ਉਹਨਾਂ ਨੇ ਰਾਈਟਸ ਜਿਹੜੇ ਸੀ ਉਹਨਾਂ ਦੇ ਸੇਫ ਕੀਤੇ। ਇੱਕ ਲੇਡੀ ਜਿਹੜੀ ਹੈ ਇੰਨੀ ਮਿਹਨਤੀ ਔਰ ਬੜੇ ਸ਼ਡਿਊਲਡ ਟਰਾਈਬ ਵਿੱਚੋਂ ਆਈ ਹੈ ਤੇ ਸਾਡਾ ਫਰਜ਼ ਬਣਦਾ ਕਿ ਉਹਨਾਂ ਨੂੰ ਅਸੀਂ ਸਤਿਕਾਰ ਦਈਏ।
ਤੀਜੀ ਜਿਹੜੀ ਗੱਲ ਸੀ ਕਿ ਭਾਵੇਂ ਸਾਡੇ ਬੜੇ, ਜਿਸ ਤਰ੍ਹਾਂ ਬਾਲ ਸਾਹਿਬ ਨੇ ਕਿਹਾ ਕਿ ਬਹੁਤ ਸਾਰੇ ਸਾਡੇ ਮਨ ਵਿੱਚ ਰੋਸ ਵੀ ਨੇ, ਬੜੀਆਂ ਸਾਡੀਆਂ ਮਤਭੇਦ ਵੀ ਨੇ ਕਿ ਜਿਹੜੀ ਸਾਡੀ ਸਰਕਾਰ ਵੱਲੋਂ ਜਿੱਦਾਂ ਸਾਨੂੰ ਹੁਣੇ ਬੰਦੀ ਸਿੱਖਾਂ ਦੀ ਗੱਲ ਆਈ ਸੀ, ਪੰਜਾਬ ਯੂਨੀਵਰਸਿਟੀ ਦੀ ਗੱਲ ਆ ਗਈ, ਇੱਥੇ ਯੂਨੀਅਨ ਟੈਰੀਟਰੀ ਦੀ ਗੱਲ ਆ ਗਈ, BMB ਦੀ ਗੱਲ ਆ ਗਈ, ਬਹੁਤ ਸਾਰੇ ਐਸੇ ਗੱਲਾਂ ਸਾਡੇ ਮਨ ਵਿੱਚ ਹੈਗੀਆਂ ਵੀ ਉਹ ਸਾਡੀਆਂ ਪੂਰੀਆਂ ਨਹੀਂ ਹੋ ਰਹੀਆਂ। ਪਰ ਫਿਰ ਵੀ ਕਿਉਂਕਿ ਅਸੀਂ ਕੈਂਡੀਡੇਟ ਵੇਖਿਆ ਕਿ ਕੈਂਡੀਡੇਟ ਜਿਹੜਾ ਉਹਨੂੰ ਅਸੀਂ ਕਿਹਨੂੰ ਸਪੋਰਟ ਕਰਨੀ ਹੈ। ਨਾਲੇ ਬੀਬੀ ਜੀ ਦੀ ਹੁਣੇ ਟੈਲੀਫੋਨ ਆਇਆ ਸੀਗਾ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਅਤੇ ਮੇਰੀ ਸਪੋਰਟ ਕਰੋ, ਅਤੇ ਸਾਡਾ ਫਰਜ਼ ਵੀ ਬਣਦਾ ਕਿ ਜਿਨ੍ਹਾਂ ਨੇ ਸਾਨੂੰ ਅਪਰੋਚ ਵੀ ਕੀਤੀ ਹੈ ਪਾਰਟੀ ਨੂੰ, ਉਹਨਾਂ ਦੀ ਸਪੋਰਟ ਕੀਤੀ। ਇੱਕ ਬੀਬੀ ਜੀ, ਲੋਕ ਜਿਹੜੇ ਇਹ ਗੱਲਾਂ ਕਹਿਣ ਲੱਗ ਪਏ ਵਿਰੋਧੀ ਤੇ ਕੀ ਖਾਸ ਮਹਿਲਾਵਾਂ ਦੀ ਗੱਲ ਆਉਂਦੀ ਹੈ ਜੀ, ਕਿਉਂਕਿ ਮਹਿਲਾਵਾਂ ਤੁਸੀਂ ਵੀ ਪ੍ਰਧਾਨ ਰਹੇ ਹੋ ਜੀ ਤੇ ਪਹਿਲਾਂ ਵੀ ਇੱਕ ਸਾਡੇ ਰਾਸ਼ਟਰਪਤੀ ਰਹੇ ਨੇ, ਪਹਿਲਾਂ ਰਹੇ ਰਾਸ਼ਟਰਪਤੀ, ਹੁਣ ਫਿਰ ਰਾਸ਼ਟਰਪਤੀ ਮਹਿਲਾ ਬਣ ਰਹੇ, ਜਿਸ ਨੂੰ ਮਹਿਲਾਵਾਂ ਨੂੰ ਵੱਡਾ ਇਹ ਬਹੁਤ ਖੁਸ਼ੀ ਦੀ ਗੱਲ ਹੈ ਜੀ। ਦੇਖੋ ਇਸੇ ਲਈ ਤਾਂ ਮੈਂ ਤੁਹਾਨੂੰ ਕਿਹਾ ਕਿ ਡਾਕਟਰ ਅੰਬੇਦਕਰ ਜੀ ਨੇ ਮਹਿਲਾਵਾਂ ਨੂੰ ਬਹੁਤ ਹੀ ਇਹ ਰਾਈਟਸ ਜਿਹੜੇ ਦਿੱਤੇ ਸੀਗੇ, ਇਹ ਬੜੇ ਵੱਡੇ ਮਾਣ ਦੀ ਗੱਲ ਸੀ। ਔਰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਮਹਿਲਾਵਾਂ ਦਾ ਸਤਿਕਾਰ ਕੀਤਾ। ਜੇ ਬਾਦਲ ਸਾਹਿਬ ਦੀ ਗੱਲ ਕਰ ਲਓ, ਸ਼੍ਰੋਮਣੀ ਅਕਾਲੀ ਦਲ ਦੀ ਕਰ ਲਓ, ਜਦੋਂ ਮੈਨੂੰ ਪ੍ਰਧਾਨ ਬਣਾਉਣਾ ਸੀਗਾ ਤੇ ਬਹੁਤ ਸਾਰੇ ਲੋਕ ਕਹਿੰਦੇ ਸੀਗੇ ਕਿ ਇੱਕ ਔਰਤ ਕਿਸ ਤਰ੍ਹਾਂ ਪ੍ਰਧਾਨ ਬਣ ਸਕਦੀ ਹੈ, ਪਰ ਬਾਦਲ ਸਾਹਿਬ ਨੇ ਇਹ ਨਹੀਂ ਸੀ ਸੋਚਿਆ ਕਿ ਇੱਕ ਔਰਤ ਨੂੰ ਪ੍ਰਧਾਨ ਬਣਾ ਰਹੇ। ਉਹਨੇ ਕਿਹਾ ਕਿ ਨਹੀਂ, ਸਾਡੇ ਸਿੱਖੀ ਦੇ ਵਿੱਚ ਜਿਹੜਾ ਸਿਧਾਂਤ ਹੈ ਗੁਰੂ ਨਾਨਕ ਸਾਹਿਬ ਜੀ ਦਾ, ਉਹਨੇ ਤੇ ਔਰਤ ਨੂੰ ਬਹੁਤ ਵੱਡੀ ਵਡਿਆਈ ਦਿੱਤੀ ਹੈ। ਸੋ ਮੈਂ ਸਮਝਦੀ ਹਾਂ ਕਿ ਇਹ ਪਾਰਟੀਆਂ ਵੱਲੋਂ ਮਾਣ ਦੇਣੇ ਬਹੁਤ ਵੱਡੀ ਗੱਲ ਹੈ। ਔਰ ਸਾਨੂੰ ਵੀ ਅੱਜ ਖੁਸ਼ੀ ਹੈ ਕਿ ਜੇ ਇੱਕ ਔਰਤ ਹੋਣ ਦੇ ਨਾਤੇ, ਪਹਿਲਾਂ ਵੀ ਸਾਡੇ ਰਹੇ ਨੇ ਰਾਸ਼ਟਰਪਤੀ ਜੀ, ਇਹ ਦੂਜੀ ਵਾਰੀ ਮੌਕਾ ਮਿਲ ਰਿਹਾ ਹੈ ਕਿ ਇੱਕ ਔਰਤ ਨੂੰ ਰਾਸ਼ਟਰਪਤੀ ਬਣਾ ਰਹੇ ਹੈ। ਮੈਂ ਸਮਝਦੀ ਇਹ ਤੇ ਵੱਡੀ ਯੋਗਤਾ ਦਿਸਦੀ ਹੈ ਕਿ ਇੱਥੇ ਕੋਈ ਫਰਕ ਨਹੀਂ ਹੈ ਔਰਤ ਜਾਂ ਮਰਦ ਦਾ, ਗੱਲ ਤੇ ਕੁਆਲੀਫਿਕੇਸ਼ਨ ਦੀ ਹੈ ਔਰ ਗੱਲ ਉਹਦੀ ਡੈਡੀਕੇਸ਼ਨ ਦੀ ਹੈ। ਸਵਾਲ ਇਹ ਹੈ ਵੀ ਜਿਹੜੀ ਕਾਂਗਰਸ ਉਹਦਾ ਸੱਤਾ ਦੇ ਵਿੱਚ ਨਹੀਂ ਹੈਗੀ, ਬਾਹਰ ਹੋ ਗਈ ਹੁਣ ਸੱਤਾ ਤੋਂ, BJP ਸੱਤਾ ਦੇ ਵਿੱਚ ਆ, ਉਦੋਂ ਹੀ ਉਹਨੇ ਭਾਖੜਾ ਮੈਨੇਜਮੈਂਟ ਬੋਰਡ ਚੋਂ ਪੰਜਾਬ ਦੀ ਨੁਮਾਇੰਦਗੀ ਜਿਹੜੀ ਬਾਹਰ ਕਰਤੀ ਹੈ। ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੈਗਾ ਤੇ ਜਿਹੜੇ ਇਹ ਤਾਂ ਸਾਨੂੰ ਦੁੱਖ ਹੈ ਜੀ, ਇਹ ਸਾਨੂੰ ਦੁੱਖ ਹੈ। ਫਿਰ ਉਹ ਸੱਤਾ ਧਿਰ ਕਰ ਰਹੀ ਹੈ ਨਾ, ਆਪਾਂ ਨੂੰ ਜਿਹੜਾ ਹਾਰੀ ਹੋਈ ਧਿਰ ਬਾਰੇ ਵਿਚਾਰ ਦੇਖੋ ਗੱਲ ਸੁਣੋ, ਰਾਸ਼ਟਰਪਤੀ ਦੀ ਜਿਹੜੀ ਚੋਣ ਹੈ ਉਹ ਕਰਨੀ ਹੁੰਦੀ ਹੈ। ਉੱਥੇ ਕੋਈ ਇਹ ਨਹੀਂਗਾ ਕਿ ਉੱਥੇ ਕੋਈ ਸਾਈਨ ਕੀ ਹੈ ਕੀ ਨਹੀਂ। ਅਸੀਂ ਤਾਂ ਦੋ ਕੈਂਡੀਡੇਟ 'ਚ ਦੇਖਣਾ। ਕਾਂਗਰਸ ਦੁਸ਼ਮਣ, ਦੋ ਜਮਾਤਾਂ ਜਿਹੜੀਆਂ, BJP ਵੀ ਹੈ ਸੈਂਟਰ 'ਚ ਰਹੀ, ਦੂਜੀ ਵੀ ਰਹੀ ਹੈ, ਪਰ ਕੁਝ ਗੱਲਾਂ ਜੋ ਮੈਰਿਟਸ ਬਣਾਉਂਦੇ ਆ ਤੇ ਕੁਝ ਗੱਲਾਂ ਸਾਡੀਆਂ ਐਸੀਆਂ ਵੀ ਹੈ ਜਿਹੜੀਆਂ ਸਾਨੂੰ ਪੂਰੀਆਂ ਵੀ ਹੋਈਆਂ। ਜਿਸ ਤਰ੍ਹਾਂ 84 ਦੇ ਕਤਲ ਹੋਏ ਸੀ, ਉਹਨਾਂ ਦੇ ਵਿੱਚ ਕੁਝ ਸਜ਼ਾਵਾਂ ਵੀ ਦਵਾਈਆਂ, ਕੁਝ ਕੇਸ ਵੀ ਦਰਜ ਹੋਏ ਹੈ, ਕੁਝ ਨਾ ਕੁਝ ਗੱਲਾਂ ਅਸੀਂ ਕਰਵਾਈਆਂ ਵੀ ਹੈ। ਕਈ ਸਾਡੀਆਂ ਐਸੀਆਂ ਯਾਦਗਾਰਾਂ ਸੀ ਜਿਹੜੀਆਂ ਅਸੀਂ ਉੱਥੋਂ ਲਿਆ ਕੇ ਕੁਝ ਨਾ ਕੁਝ ਕੀਤਾ ਵੀ ਹੈ। ਔਰ 3 ਵਾਰੀ ਸਰਕਾਰਾਂ ਵੀ ਆਪਾਂ ਚਲਾਈਆਂ ਨੇ, ਉਹ ਜਿਹੜੇ ਜੋ ਕੁਝ ਵੀ ਕੀਤਾ ਸੈਂਟਰ ਦੀ ਸਰਕਾਰ ਕੋਲੋਂ ਕੁਝ ਲਿਆ ਕੇ ਪੰਜਾਬ ਨੂੰ ਡਿਵੈਲਪ ਵੀ ਕੀਤਾ। ਪਰ ਸਾਡੇ ਰੋਸ ਜਿਹੜੇ ਉਹ ਰੋਸ ਹੈ, ਉਹ ਇਸੇ ਕਰਕੇ ਤੇ ਅਸੀਂ ਉਦੋਂ ਅਸਤੀਫਾ ਵੀ ਦਿੱਤਾ ਸੀ, ਇਸੇ ਕਰਕੇ ਪਾਰਟੀ ਛੱਡੀ ਸੀ। ਸੋ ਇਹ ਤੇ ਵਿਚਾਰਕ ਮਤ ਇਹ ਘੱਟ ਉਹਦੇ ਨਾਲ ਸਹਿਮਤੀ ਬਣ ਰਹੀ ਹੈ। ਨਹੀਂ, ਗੱਲ ਇਹ ਹੈ ਕਿ ਅਸੀਂ ਕੈਂਡੀਡੇਟ ਵੇਖਿਆ ਕਿ ਇੱਕ ਦੇ ਕੈਂਡੀਡੇਟ ਕਿਹੜੀ ਪਾਰਟੀ ਦਾ, ਦੂਜਾ ਉਸ ਪਾਰਟੀਆਂ ਦਾ ਤੁਲਨਾਤਮਕ ਜੇ ਅਸੀਂ ਕਰੀਏ ਤਾਂ ਅਸੀਂ ਸਮਝਿਆ ਕਿ ਕਾਂਗਰਸ ਤੇ ਸਾਡੀ ਬਿਲਕੁਲ ਹੀ ਏਡੀ ਦੁਸ਼ਮਣ ਪਾਰਟੀ ਹੈ ਕਿ ਜਿਹੜੀ ਸ਼੍ਰੀ ਅਕਾਲ ਤਖ਼ਤ ਸਾਹਿਬ ਢਹਿ ਨਹੀਂ ਕਰ ਸਕਦੀ, ਜਿਹੜੇ ਘਰਾਂ ਚੋਂ ਕੱਢ ਕੇ ਸਿੱਖਾਂ ਨੂੰ ਮਾਰ ਸਕਦੀ ਹੈ। ਜਾਂ ਕੋਈ ਪੰਜਾਬੀ ਸੀਗਾ ਜੋ ਕਤਲੇਆਮ ਹੋਇਆ ਸੀਗਾ ਉੱਥੇ ਦਿੱਲੀ ਦੇ ਵਿੱਚ, ਉਹਦੇ ਸਾਰੇ ਪੰਜਾਬੀਆਂ ਦਾ ਸੀ, ਪੰਜਾਬੀ ਬੋਲਦਾ ਕੋਈ ਵੀ ਸੀਗਾ, ਉਹਨਾਂ ਨੇ ਕੁਝ ਦੇਖਿਆ ਨਹੀਂ ਸੀ, ਜਿਹੜਾ ਪੰਜਾਬੀ ਬੋਲਦਾ ਸੀ ਉਹਦਾ ਕਤਲੇਆਮ ਕਰ ਦਿੱਤਾ। ਸੋ ਉਹਨਾਂ ਦੀਆਂ ਸਜ਼ਾਵਾਂ ਕਿਤੇ ਜੇ ਦਿਵਾਉਣ ਵਾਸਤੇ ਕਿਸੇ ਨੇ ਕੇਸ ਖੋਲ੍ਹੇ ਹੈ ਬੜੇ ਲੰਬੇ ਸਮੇਂ ਬਾਅਦ, ਤੇ ਅਸੀਂ NDA ਦੀ ਸਰਕਾਰ ਕੋਲੋਂ ਖੁਲਵਾਏ ਵੀ ਹੈ, ਇਹ ਨਹੀਂ ਗੱਲ। ਪਰ ਜਿਹੜੀਆਂ ਸਾਨੂੰ ਇਹ ਗੁੱਸੇ ਵੀ ਨੇ ਜਿਹਦੇ ਕਰਕੇ ਛੱਡਿਆ ਸੀਗਾ, ਕਿਸਾਨਾਂ ਦੀ ਗੱਲ ਨਹੀਂ ਸੁਣੀ ਗਈ, ਅੱਜ ਤੱਕ ਨਹੀਂ ਪੂਰੀ ਹੋਈ। BMB ਵਾਲੀ ਗੱਲ ਜਿਹੜੀ ਆਈ ਹੈ ਉਹ ਸਾਡਾ ਹਿੱਸਾ ਜਿਹੜਾ ਸੀਗਾ ਉਹ ਖਤਮ ਹੋਇਆ। ਬੀਬੀ ਜੀ ਇੱਕ ਗੱਲ ਦੱਸੋ ਕਿ 2024 ਦੇ ਵਿੱਚ ਵੀ 2024 ਦੇ ਵਿੱਚ ਕੀ ਸਮਝੌਤਾ ਹੋ ਸਕਦਾ ਜੀ? ਦੇਖੋ ਇਹ ਤੇ ਦੇਖੋ ਗੱਲ ਇਹ ਹੈ, ਇਹਦੇ ਨਾਲ ਕੋਈ ਉਹ ਗੱਲ ਨਹੀਂ ਕੀਤੀ ਜਾ ਰਹੀ। ਉਹ ਸਮੇਂ ਦੇ ਨਾਲ ਕੀ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਉਣ ਵਾਲੇ ਸਮੇਂ 'ਚ ਕੀ ਕਰਨਾ, ਇਹ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਫੈਸਲਾ ਹੋਏਗਾ ਉਹੀ ਦੱਸਿਆ ਜਾਏਗਾ। ਇੱਕ ਜੀ ਲਾਸਟ ਵਾਲਾ, ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਚੋਣ ਲੜੀ ਗਈ ਸੀਗੀ, ਹੁਣ ਜਿਹੜਾ ਵਿਰੋਧੀ ਨਿਸ਼ਾਨੇ ਲਾ ਰਹੇ ਆ ਕਿ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ MP ਹੈਗੇ ਆ, ਤੇ ਹੁਣ ਕੀ ਸੈਂਟਰ ਦੇ ਅੱਗੇ ਇਹ ਮੰਗ ਰੱਖਣਗੇ ਜੇ MP ਛਡਾ ਸਕਦਾ ਤੇ ਹੁਣੇ ਛਡਾ ਸਕਦੇ ਬੰਦੀ ਸਿੰਘ ਜੀ? ਇਸ ਦੇ ਹੁਣ ਵੀ ਕਹਿੰਦੇ ਆ ਜੀ, ਜ਼ਰੂਰ ਕਹਿਣਗੇ ਉਹ। ਅੱਗੇ ਵੀ ਤੁਸੀਂ ਕਿਤੇ ਉਹਦੀ ਕਲਿੱਪ ਦੇਖੋ, ਇੱਕ ਬੀਬਾ ਜੀ ਦੀ ਕਲਿੱਪ ਹੈ, ਉਹ ਬੜੀ ਡਟ ਕੇ ਉੱਥੇ ਬੋਲਿਆ ਸੀਗਾ ਕਿ ਬੰਦੀ ਸਿੱਖਾਂ ਨੂੰ 30 ਸਾਲ ਹੋ ਗਏ, 28 ਸਾਲ ਹੋ ਗਏ, ਉਹਨੂੰ ਰਿਹਾ ਕੀਤਾ ਜਾਵੇ। ਔਰ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ, ਇਹ ਨਹੀਂ ਕੋਈ ਨਵਾਂ ਕਿਹਾ, ਛਡਾਉਣਾ ਨਹੀਂ ਛਡਾਉਣਾ, ਸਰਕਾਰਾਂ ਨੇ ਛੱਡਣਾ ਨਹੀਂ ਛੱਡਣਾ ਉਹ ਬਾਅਦ ਦੀ ਗੱਲ ਹੈ, ਅਲੱਗਾ ਗੱਲ ਹੈ। ਪਰ ਇੱਕ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਸ਼੍ਰੋਮਣੀ ਅਕਾਲੀ ਦਲ ਸਦਾ ਹੀ ਕਹਿੰਦੇ ਰਹੇ ਹੈ, ਭਾਵੇਂ ਉਹ ਮੈਂਬਰ ਪਾਰਲੀਮੈਂਟ ਬਾਦਲ ਸਾਹਿਬ ਹੋਏ ਉੱਥੇ, ਭਾਵੇਂ ਬੀਬਾ ਜੀ ਮਿਨਿਸਟਰ ਹੋਏ ਆ, ਤੁਸੀਂ ਦੇਖੋ ਕਿ ਉਹ ਕਲਿੱਪ ਕਢਾ ਕੇ ਦੇਖੋ ਕਿ ਅੱਜ ਵੀ ਉਹ ਬੋਲ ਰਹੇ ਉੱਥੇ, ਜਿਹੜੇ ਡਟ ਕੇ ਬੋਲ ਰਹੇ ਆ ਕਿ ਸ਼੍ਰੋਮਣੀ ਜਿਹੜੀ ਬੰਦੀ ਸਿੱਖ ਹੈ ਉਹਨੂੰ ਰਿਹਾ ਕੀਤਾ ਜਾਏ। ਉਹਨਾਂ ਦਾ ਕਸੂਰ ਕੀ ਹੈ? ਉਹ ਜੇਲ੍ਹਾਂ ਪੂਰੀਆਂ ਕਰ ਚੁੱਕੇ ਹੈ।
ਹਰ ਇੱਕ ਨੂੰ ਜਿਹੜੀ ਜੇਲ੍ਹ ਹੋਈ ਹੋਵੇ ਉਹੀ ਪੂਰੀ ਕਰਨੀ ਚਾਹੀਦੀ। ਸੋ ਨਾਲੇ 500 ਸਾਲਾਂ ਦੇ ਉੱਤੇ 550 ਸਾਲਾਂ ਦੇ ਉੱਤੇ ਐਲਾਨ ਕੀਤਾ ਗਿਆ ਸੀਗਾ ਵੀ ਇਹਨਾਂ ਨੂੰ ਰਿਹਾ ਕਰ ਦਿੱਤਾ ਜਾਏਗਾ, ਔਰ ਨਾਂ ਸੀ ਵਿੱਚ ਬਕਾਇਦਾ ਉਹਨਾਂ ਦੇ ਸਾਰੇ। ਦਵਿੰਦਰ ਸਿੰਘ ਭੁੱਲਰ ਸਾਹਿਬ ਦਾ ਨਾਂ ਸੀਗਾ, ਰਾਜੋ ਰਾਣੇ ਦਾ ਨਾਂ ਸੀ, ਰਾਜੋ ਰਾਣੇ ਦਾ। ਸੋ ਇਹਨਾਂ ਦੇ ਨਾਂ ਵਿੱਚ ਸੀਗੇ। ਸੋ ਇਹੀ ਤਕਲੀਫ ਹੈ ਕਿ ਉਹਨਾਂ ਨੇ ਕਹਿ ਕੇ ਨਹੀਂ ਸੀ ਕੀਤਾ। ਰਾਸ਼ਟਰਪਤੀ ਨੇ ਬੰਦੀ ਸਿੰਘ ਰਿਹਾ ਕਰਨੇ ਹੁੰਦੇ ਆ, ਹੁਣ ਤੁਸੀਂ ਹਮਾਇਤ ਕਰ ਰਹੇ ਹੋ, ਰਾਸ਼ਟਰਪਤੀ ਉਹਨਾਂ ਨੇ ਬਣ ਵੀ ਜਾਣਾ, ਸ਼ਰਤ ਰੱਖੀ ਹੈ, ਗੱਲਬਾਤ ਕੀਤੀ ਹੈ ਵੀ ਤੁਹਾਡੇ ਨਹੀਂ ਦੇਖੋ, ਰਾਸ਼ਟਰਪਤੀ ਬਣਨ ਤੋਂ ਬਾਅਦ ਰਿਹਾ ਕਰੋਗੇ? ਇਹ ਤਾਂ ਉਹਨਾਂ ਨੇ ਮਿਲਣ ਵਾਸਤੇ ਕਿਹਾ ਸੀ। ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਜਾ ਕੇ ਮਿਲ ਕੇ ਆਓ, ਸਾਡਾ ਫਰਜ਼ ਬਣਦਾ। ਅਸੀਂ ਮੰਗ ਰੱਖਾਂਗੇ ਜੀ, ਅਸੀਂ ਅਜੇ ਵੀ ਮੰਗ ਰੱਖਾਂਗੇ, ਅੱਜ ਵੀ ਮੰਗ ਰੱਖਦੇ ਹਾਂ, ਪਰ ਕਿਉਂਕਿ ਵੋਟ ਪਾਉਣ ਤੋਂ ਪਹਿਲਾਂ ਉਹਨੂੰ ਮੰਗ ਰੱਖਣੀ ਕੋਈ ਬਹੁਤ ਜਾਇਜ਼ ਨਹੀਂ ਲੱਗਦੀ। ਅਸੀਂ ਤੇ ਚਾਹਾਂਗੇ, ਸਦਾ ਹੀ ਰੱਖਾਂਗੇ ਸੈਂਟਰ ਸਰਕਾਰ ਦੇ ਕਿ ਹਮੇਸ਼ਾ ਸਾਡੀ ਮੰਗ ਰਹੇਗੀ ਕਿ ਬੰਦੀ ਸਿੱਖਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਸ਼ੁਕਰੀਆ ਜੀ। ਬਿਲਕੁਲ ਜੀ, ਖਾਸ ਤੌਰ ਤੇ ਇਹ ਸੀ ਬੀਬੀ ਜਗੀਰ ਕੌਰ, ਜਿਨ੍ਹਾਂ ਦਾ ਕਹਿਣਾ ਹੈਗਾ ਬਿਲਕੁਲ ਸਿੱਧੇ ਤੇ ਸਪਸ਼ਟ ਤੌਰ ਤੇ ਕਿ ਅਸੀਂ ਰਾਸ਼ਟਰਪਤੀ ਨੂੰ ਕੈਂਡੀਡੇਟ ਨੂੰ ਸਮਰਥਨ ਜ਼ਰੂਰ ਦਿੱਤਾ ਹੈਗਾ, ਪਰ ਕੁਝ ਕੁ ਸਾਡੀਆਂ ਮੰਗਾਂ ਵੀ ਹੈਗੀਆਂ ਜੋ ਅਸੀਂ ਟਾਈਮ ਤੇ ਜਿਹੜਾ ਹੈਗਾ ਉਹ ਸਾਹਮਣੇ ਰੱਖਦੇ ਰਵਾਂਗੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜਾ ਭਾਈਵਾਲੀ ਜਿਹੜੀ ਸਾਡੀ ਟੁੱਟੀ ਸੀਗੀ ਪਹਿਲਾਂ ਬੀਜੇਪੀ ਦੇ ਨਾਲੋਂ, ਇਹ ਹਜੇ ਰੁਕ ਕੇ ਅਸੀਂ ਕਲੀਅਰ ਕਰਾਂਗੇ ਕੀ ਇਹਦੇ ਤੇ ਹੋਣਾ ਕੀ ਨਹੀਂ ਹੋਣਾ। ਪਰ ਅੱਜ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਚੱਲੀ ਸੀਗੀ ਉਹਦੇ ਵਿੱਚ ਇਹੀ ਫੈਸਲਾ ਕੀਤਾ ਗਿਆ ਕਿ ਸਾਨੂੰ ਜਿਹੜੀ ਸ਼ਡਿਊਲ ਕਾਸਟ ਕੈਂਡੀਡੇਟ ਬੀਜੇਪੀ ਦੇ ਰਾਸ਼ਟਰਪਤੀ ਅਹੁਦੇ ਦੇ ਲਈ ਹੈਗੇ ਆ, ਉਹਨਾਂ ਦਾ ਸਮਰਥਨ ਸਾਨੂੰ ਕਰਨਾ ਚਾਹੀਦਾ ਹੈ। ਕੈਮਰਾ ਪਰਸਨ ਮੋਹਨ ਦੇ ਨਾਲ ਮੈਂ ਗੁਰਵਿੰਦਰ ਸਿੰਘ ਬਰਾੜ, ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਆਫਿਸ।